ਰਾਖੋ ਰਾਖਨਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਕਹਾਂ ਲਗ ਇਹ ਕੀਟ ਬਖਾਨੈ, ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਵ ਪੂਤ ਨ ਪਾਵੈ, ਕਹਾ ਤਵਨ ਕਾ ਭੇਦ ਬਤਾਵੈ। ਤੁਮਹਿ ਪ੍ਰਭਾ ਤੁਮਹਿ ਬਨਿਆਈ, ਔਰਨ ਤੇ ਲਗ ਜਾਤ ਬਤਾਈ। ਸੁਕਾ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਿਫਤ ਕਸਮਦੀ ਨੋਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪੰਜਵਾ। ਆਦ ਮਦ ਅਰ ਅੰਤ ਪਰਮੇਸ਼ਰ ਰਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਸਾਧਾ ਸੰਗ ਅਪਾਰ, ਅੰਦਨ ਹਰ ਗੁਣ ਰਵੈ। ਪਾਏ ਮਨੋਰਥ ਸਭ, ਜੋਨੀ ਨਾ ਭਵੈ। ਸਭ ਕਿਛ ਕਰਤੇ ਹੱਥ, ਕਾਰਨ ਜੋ ਕਰੈ। ਨਾਨਕ ਮੰਗੈ ਦਾਨ, ਸੰਤਾ ਧੂਰ ਤਰੈ। ਆਦ ਮਦ ਅਰ ਅੰਤ ਪਰਮੇਸ਼ਰ ਰਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਸ਼ਬਦ ਸਰਵਣ ਕੀਤੇ। ਆਸਾ ਦੀ ਵਾਰ ਨਾਮ ਦੀ ਪਵਿੱਤਰ ਬਾਣੀ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਇਸ ਵੇਲੇ ਮਹਾਰਾਜ ਸਾਹਿਬ ਜੀ ਸਾਨੂੰ ਗੁਰਬਾਣੀ ਦੀ ਜੋ ਕਥਾ ਲੜੀਵਾਰ ਆਪਾਂ ਸਰਵਣ ਕਰਦੇ ਹਾਂ, ਸੋ ਆਓ ਕੁਝ ਸਮੇਂ ਲਈ ਆਪਣੇ ਮਨ ਨੂੰ ਟਿਕਾਈਏ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਵਨਾ ਦੇ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪੰਜਵਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਨੂੰ ਰਚਨਹਾਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਫਰਮਾਨ ਆਪਾਂ ਸਰਵਣ ਕਰ ਰਹੇ ਹਾਂ, ਜੋ ਕਿ 523 ਅੰਗ ਦੇ ਉੱਪਰ ਇਹ ਸ਼ਲੋਕ ਮਹਾਰਾਜ ਨੇ ਦਰਜ ਕੀਤਾ। ਗੂਜਰੀ ਦੀ ਵਾਰ ਦਾ ਇਹ 20 ਨੰਬਰ ਸ਼ਲੋਕ ਆਪਾਂ ਸਰਵਣ ਕਰ ਰਹੇ ਹਾਂ। ਗੂਜਰੀ ਰਾਗ ਦੇ ਵਿੱਚ 2 ਵਾਰਾਂ ਬਖਸ਼ਿਸ਼ ਹੋਈਆਂ। ਪਹਿਲੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਹੈ, ਦੂਜੀ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਹੈ। ਇਹ ਜਿਹੜੀ ਦੂਜੀ ਵਾਰ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ, ਉਸ ਵਾਰ ਦਾ ਇਹ 20 ਨੰਬਰ ਸ਼ਲੋਕ ਆਪਾਂ ਸਰਵਣ ਕਰ ਰਹੇ ਹਾਂ। ਆਦ ਮਦ ਅਰ ਅੰਤ
ਪਰਮੇਸ਼ਰ ਰੱਖਿਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇਸ ਜੀਵ ਨੂੰ ਪਰਮੇਸ਼ਰ ਆਦਿ ਤੋਂ ਭਾਵ ਹੈ ਬਚਪਨ ਦੇ ਵਿੱਚ ਵੀ ਇਹਦੀ ਰੱਖਿਆ ਕਰਦਾ ਹੈ। ਜਿਸ ਵੇਲੇ ਬੱਚੇ ਦਾ ਸਰੀਰ ਬਣਦਾ ਹੈ ਗਰਭ ਦੇ ਅੰਦਰ, ਉਦੋਂ ਵੀ ਇਸ ਦੀ ਰੱਖਿਆ ਕਰਦਾ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਇਹ ਗੁਰਬਾਣੀ ਦਾ ਪ੍ਰਮਾਣ ਹੈ ਕਿ ਜਿਹੜਾ ਜਠਰਾ ਅਗਨੀ ਦੇ ਵਿੱਚ ਬੱਚੇ ਦੀ ਪਾਲਣਾ ਕਰਦਾ ਪਿਆ, ਜਨਮ ਤੋਂ ਪਹਿਲਾਂ ਜਦੋਂ ਸਰੀਰ ਬਣਿਆ ਉਦੋਂ ਵੀ ਉਹਨੇ ਪਾਲਣਾ ਕੀਤੀ ਹੈ। ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਜਦੋਂ ਫਿਰ ਬੱਚਾ ਸੰਸਾਰ 'ਤੇ ਆਉਂਦਾ, ਇੱਥੇ ਫਿਰ ਉਹ ਰੱਖਿਆ ਕਰਦਾ ਹੈ। ਇਸ ਦੇ ਪਾਲਣ ਵਾਸਤੇ ਦੁੱਧ ਦਾ ਇੰਤਜ਼ਾਮ ਕਰਦਾ। ਜਬ ਦਾਂਤ ਨਹੀਂ ਤਬ ਦੂਧ ਦਿਓ, ਆਪ ਦਾਂਤ ਦੀਏ ਕਿਆ ਅੰਨ ਨ ਦੈ ਹੈ। ਜਦੋਂ ਦੰਦ ਨਹੀਂ ਉਦੋਂ ਦੁੱਧ ਦੇ ਕੇ ਉਸਨੇ ਪਾਲਿਆ ਹੈ। ਬਚਪਨ ਦੇ ਵਿੱਚ, ਛੋਟੀ ਉਮਰ ਦੇ ਵਿੱਚ ਵੀ ਉਹ ਪਰਮਾਤਮਾ ਮਿਹਰ ਦਾ ਹੱਥ ਤੇਰੇ ਸਿਰ 'ਤੇ ਰੱਖ ਕੇ ਤੈਨੂੰ ਬਚਾਉਂਦਾ ਹੈ। ਮੱਧ ਤੋਂ ਭਾਵ ਹੈ ਜੋਬਨ ਅਵਸਥਾ, ਜਵਾਨੀ ਦੀ ਅਵਸਥਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਜਵਾਨੀ ਦੇ ਵਿੱਚ ਵੀ ਤੇਰੇ ਸਿਰ 'ਤੇ ਮਿਹਰ ਦਾ ਹੱਥ ਉਸਨੇ ਰੱਖਿਆ ਹੋਇਆ। ਤੇਰੇ ਸਰੀਰ ਨੂੰ ਬਰਕਤ ਉਸਨੇ ਬਖਸ਼ੀ ਹੈ। ਸਰੀਰ ਤੇਰਾ ਵਧਿਆ ਫੁੱਲਿਆ ਹੈ, ਤੈਨੂੰ ਜਵਾਨੀ ਦੀ ਪ੍ਰਾਪਤੀ ਹੋਈ ਹੈ, ਇਹ ਵੀ ਉਹਦੀ ਇੱਕ ਬਖਸ਼ਿਸ਼ ਹੈ। ਅਤੇ ਅੰਤ ਤੋਂ ਭਾਵ ਹੈ ਬੁਢੇਪਾ। ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ, ਉਦੋਂ ਵੀ ਉਹ ਤੇਰੀ ਰੱਖਿਆ ਕਰੇਗਾ। ਸੋ ਉਦੋਂ ਜਿਹੜੇ ਤੇਰੇ ਪੁੱਤਰ ਧੀਆਂ ਹੋਣਗੇ ਉਹ ਤੇਰੀ ਪਾਲਣਾ ਕਰਦੇ। ਕੋਈ ਤੈਨੂੰ ਪ੍ਰਸ਼ਾਦਾ ਹੱਥੀਂ ਖਵਾ ਰਿਹਾ, ਕੋਈ ਤੈਨੂੰ ਹੱਥੀਂ ਪਾਣੀ ਪਿਲਾ ਰਿਹਾ, ਕੋਈ ਤੈਨੂੰ ਨਾਲ ਲੈ ਕੇ ਦਵਾਈ ਲੈਣ ਜਾ ਰਿਹਾ ਹੈ, ਕੋਈ ਤੈਨੂੰ ਸੈਰ ਕਰਵਾ ਰਿਹਾ ਹੈ, ਤੇਰਾ ਧਿਆਨ ਰੱਖਦਾ ਪਿਆ ਤੇਰਾ ਪਰਿਵਾਰ। ਪਾਤਸ਼ਾਹ ਕਹਿਣ ਲੱਗੇ ਉਹ ਵੀ ਪਰਮਾਤਮਾ ਤੇਰੀ ਰੱਖਿਆ, ਤੇਰੀ ਸੇਵਾ ਵਿੱਚ ਆਪ ਹੁਕਮ ਦੇ ਕੇ ਉਹਨੇ ਜੀਵਾਂ ਨੂੰ ਲਾਇਆ ਹੋਇਆ। ਆਦ ਮੱਧ ਅੰਤ। ਅਤੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪਰਮੇਸ਼ਰ ਰੱਖਿਆ, ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਪਰਮੇਸ਼ਰ ਨੇ ਤੈਨੂੰ ਰੱਖਿਆ ਬਚਾਇਆ ਹੈ। ਬਚਪਨ ਦੇ ਵਿੱਚ ਵੀ, ਜਵਾਨੀ ਦੇ ਵਿੱਚ ਵੀ, ਜਦੋਂ ਬੁੱਢਾ ਬੁਢੇਪੇ ਵਿੱਚ ਹੋ ਗਿਆ ਉਦੋਂ ਵੀ ਉਹ ਤੇਰੀ ਰੱਖਿਆ ਕਰਨ ਵਾਲਾ ਹੈ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਪੂਰਿਆਂ ਗੁਰਾਂ ਨੇ ਇਹ ਕਿਰਪਾ ਕੀਤੀ ਹੈ ਕਿ ਜਿਹੜਾ ਨਾਮ ਬਖਸ਼ਿਸ਼ ਕੀਤਾ ਹੈ, ਅਤੇ ਗੁਰਮੁਖਾਂ ਨੇ ਫਿਰ ਪੂਰੇ ਗੁਰੂ ਦੁਆਰਾ ਮਿਲਿਆ ਹੋਇਆ ਨਾਮ ਦਾ ਰਸ ਉਹ ਜਦੋਂ ਚਖਿਆ। ਚਖਣ ਤੋਂ ਭਾਵ ਹੁੰਦਾ ਜ਼ੁਬਾਨ ਦੇ ਨਾਲ ਜਿਹੜੀ ਚੀਜ਼ ਨੂੰ ਅਸੀਂ ਚੱਟਦੇ ਹਾਂ ਉਹਨੂੰ ਚਖਣਾ ਕਿਹਾ ਜਾਂਦਾ, ਅਤੇ ਜ਼ੁਬਾਨ ਦੇ ਨਾਲ ਹੀ ਨਾਮ ਜਪਿਆ ਜਾਂਦਾ। ਵਾਹਿਗੁਰੂ ਮੰਤਰ ਦਾ ਜਾਪ ਜਦੋਂ ਗੁਰਮੁਖ ਜਾਪ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਰਸ ਆਉਂਦਾ ਹੈ, ਉਹਨਾਂ ਨੂੰ ਸਵਾਦ ਆਉਂਦਾ ਹੈ ਪਰਮੇਸ਼ਰ ਦੇ ਨਾਮ ਦਾ। ਸੋ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਉਹਨਾਂ ਦੀ ਜ਼ੁਬਾਨ ਹੀ ਮਾਲਾ ਬਣ ਜਾਂਦੀ ਹੈ। ਇਹਦੇ ਨਾਲ ਰਾਮ ਰਾਮ ਕਰਦੇ ਅਤੇ ਰਾਮ ਦੇ ਨਾਮ ਦਾ ਸਵਾਦ ਆਨੰਦ ਉਹਨਾਂ ਨੂੰ ਆਉਂਦਾ ਹੈ। ਸਾਧਾ ਸੰਗ ਅਪਾਰ ਆਂਦਨ ਹਰ ਗੁਣ ਰਵੈ। ਸਾਧੂਆਂ ਦੀ ਸੰਗਤ ਵਿੱਚ ਨਾਮ ਮਿਲਦਾ ਕਿੱਥੋਂ ਹੈ? ਨਾਮ ਦਾ ਖਜ਼ਾਨਾ ਹੈ ਕਿਹਦੇ ਕੋਲ ਹੈ? ਕਹਿਣ ਲੱਗੇ ਸਤ ਸੰਗਤ ਵਿੱਚ ਨਾਮ ਦਾ ਖਜ਼ਾਨਾ ਹੈ। ਸੋ ਜਿਹੜੇ ਸਾਧੂ ਨੇ ਰੱਬ ਦੀ ਬੰਦਗੀ ਕਰਨ ਵਾਲੇ, ਉਹਨਾਂ ਦੇ ਕੋਲ ਭਾਈ ਨਾਮ ਦਾ ਖਜ਼ਾਨਾ ਹੈ। ਸਾਧਾ ਸੰਗ ਅਪਾਰ, ਜਿਹੜਾ ਪਾਰਾਵਾਰ ਤੋਂ ਰਹਿਤ ਹੈ ਨਾ ਪਰਮੇਸ਼ਰ, ਉਹਦੇ ਨਾਮ ਦਾ ਖਜ਼ਾਨਾ ਭਾਈ ਸਾਧੂਆਂ ਦੇ ਕੋਲ ਹੈ। ਅਣਦਿਨ ਹਰ ਗੁਣ ਰਵੈ। ਅਤੇ ਗੁਰਮੁਖ ਜਿਹੜੇ ਨੇ ਫਿਰ ਦਿਨੇ ਰਾਤ ਉਹਦੇ ਗੁਣਾਂ ਨੂੰ ਉਚਾਰਦੇ ਨੇ, ਦਿਨੇ ਰਾਤ ਉਹਦੇ ਨਾਮ ਨੂੰ ਜਪਦੇ ਰਹਿੰਦੇ। ਪਰਮੇਸ਼ਰ ਦੇ ਗੁਣ ਇੰਨੇ ਨੇ, ਤੇਰੇ ਗੁਣ ਬਹੁਤੇ ਬਹੁਤੇ ਗੁਣ ਨੇ ਪਰਮੇਸ਼ਰ ਦੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਕਿੰਨੇ ਕੁ ਕਥਨ ਕਰਾਂ, ਕਥਨ ਨਹੀਂ ਕੀਤੇ ਜਾ ਸਕਦੇ, ਬੇਅੰਤ ਹਨ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਦਿਨੇ ਵੀ ਲੱਗਾ ਰਵਾਂ, ਰਾਤ ਵੀ ਲੱਗਾ ਰਵਾਂ, ਹਰ ਵੇਲੇ ਲੱਗਾ ਰਵਾਂ, ਤਾਂ ਵੀ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਹੈ। ਤੂੰ ਐਸਾ ਬੇਅੰਤ ਹੈ। ਮਹਾਰਾਜ ਕਹਿਣ ਲੱਗੇ ਭਾਈ ਅਣਦਿਨ ਹਰ ਗੁਣ ਰਵੈ। ਗੁਰਮੁਖ ਜਿਹੜੇ ਨੇ ਦਿਨੇ ਰਾਤ ਉਹਦੇ ਗੁਣਾਂ ਨੂੰ ਉਚਾਰਦੇ ਰਹਿੰਦੇ ਹਨ। ਪਾਏ ਮਨੋਰਥ ਸਭ ਜੋਨੀ ਨਾ ਭਵੈ। ਨੇ ਗੁਣਾਂ ਨੂੰ ਉਚਾਰਿਆ ਹੈ, ਉਹਨਾਂ ਨੇ ਸਾਰੇ ਮਨੋਰਥ ਪ੍ਰਾਪਤ ਕਰ ਲੈ। ਮਨੋਰਥ ਤੋਂ ਭਾਵ ਹੁੰਦਾ ਮਨ ਇੱਛਤ ਫਲ। ਮਨ ਵਿੱਚ ਚਾਹੀਦਾ, ਮਨ ਦਾ ਫੁਰਨਾ ਇਹ ਹੈ ਕਿ ਮੈਨੂੰ ਇਹ ਵਸਤੂ ਮਿਲੇ, ਇਹ ਹੈ ਮਨੋਰਥ। ਅਤੇ ਪਾਤਸ਼ਾਹ ਕਹਿਣ ਲੱਗੇ ਉਸ ਮਨੋਰਥ ਨੂੰ ਰੱਖ ਕੇ
ਜਦੋਂ ਨਾਮ ਜਪਿਆ ਤੇ ਫਿਰ ਪਾਏ ਮਨੋਰਥ ਸਭ, ਇੱਕ ਨਹੀਂ ਮਿਲਿਆ, ਉਹਦੇ ਨਾਲ ਬਾਕੀ ਸਾਰੇ ਮਨੋਰਥ ਹੀ ਸਫਲੇ ਹੋ ਗਏ। ਇੱਕ ਇੱਛਾ ਪੂਰੀ ਨਹੀਂ ਹੈ, ਜਿੰਨੀਆਂ ਇੱਛਾ ਰੱਖੀਆਂ ਸਨ ਸਾਰੀਆਂ ਪੂਰੀਆਂ ਹੋ ਗਈਆਂ, ਜਿੰਨੇ ਫਲਾਂ ਦੀ ਲੋੜ ਸੀ ਸਾਰੇ ਫਲ ਪ੍ਰਾਪਤ ਹੋ ਗਏ। ਪਾਏ ਮਨੋਰਥ ਸਭ ਜੋਨੀ ਨਹਿ ਪਵੈ, ਇਕੱਲੇ ਨਾਮ ਜਪਣ ਦੇ ਨਾਲ ਦੁਨੀਆ ਦੇ ਪਦਾਰਥ ਨਹੀਂ ਮਿਲਣਗੇ। ਨਾਮ ਜਪਣ ਦੇ ਨਾਲ ਦੁਨੀਆ ਦੇ ਪਦਾਰਥ ਤੇ ਮਿਲਦੇ ਹੀ ਨੇ, ਅੱਗੋਂ ਪਰਮਾਤਮਾ ਜਨਮਾਂ ਵਿੱਚ ਵੀ ਨਹੀਂ ਆਉਣ ਦੇਵੇਗਾ। ਨਾਮ ਦੀ ਏਡੀ ਵੱਡੀ ਮਹਿਮਾ ਹੈ ਕਿ ਜੇ ਦੁਨੀਆ ਦਾ ਪਦਾਰਥ ਵਾਸਤੇ ਵੀ ਨਾਮ ਜਪਿਆ ਹੈ ਨਾ, ਤੇ ਉਹ ਨਾਮ ਜਪਿਆ ਹੋਇਆ ਤੈਨੂੰ ਜਨਮਾਂ ਵਿੱਚ ਨਹੀਂ ਅੱਗੇ ਜਾਣ ਦੇਵੇਗਾ, ਜਨਮਾਂ ਵਿੱਚੋਂ ਵੀ ਬਚਾ ਲਵੇਗਾ। ਜਿਵੇਂ ਭਗਤ ਧਰੂ ਜੀ ਨੇ ਆਖਿਆ ਸੀ, ਪਰਮਾਤਮਾ ਇੱਛਾ ਹੀ ਕੋਈ ਨਹੀਂ ਰਹਿ ਗਈ ਹੈ, ਹੁਣ ਨਹੀਂ ਕੁਝ ਵੀ ਚਾਹੀਦਾ, ਕਿਉਂਕਿ ਜੇ ਹੁਣ ਕੁਝ ਮੰਗਾਂਗਾ ਤੇ ਉਸ ਨੂੰ ਭੋਗਣ ਵਾਸਤੇ ਅੱਗੇ ਜਨਮਾਂ ਦਾ ਗੇੜਾ ਨਾ ਬਣ ਜਾਵੇ। ਤੇ ਅਕਾਲ ਪੁਰਖ ਜੀ ਕਹਿਣ ਲੱਗੇ, ਨਹੀਂ ਧਰੂ ਜੀ, ਤੁਹਾਡੀ ਇਹ ਕੀਤੀ ਘਾਲਣਾ ਥਾਂ ਪਈ ਹੈ, ਤੁਸੀਂ ਰਾਜ ਵੀ ਭੋਗੋਗੇ ਔਰ ਮੁਕਤ ਵੀ ਹੋਵੋਗੇ। ਤੇ ਕਹਿਣ ਲੱਗੇ ਭਗਤ ਧਰੂ ਜੀਆਂ ਨੇ 36,000 ਸਾਲ ਦਾ ਰਾਜ ਭੋਗਿਆ ਅਤੇ ਫਿਰ ਮੁਕਤੀ ਨੂੰ ਪ੍ਰਾਪਤ ਹੋਏ। ਮਹਾਰਾਜ ਕਹਿਣ ਲੱਗੇ, ਨਾਮ ਦੀ ਮਹਿਮਾ ਹੈ ਭਾਈ, ਸਾਨੂੰ ਤੇ ਪਤਾ ਹੀ ਨਹੀਂ ਵੀ ਨਾਮ ਦੀ ਮਹਿਮਾ ਕਿੰਨੀ ਕੁ ਹੈ, ਅਸੀਂ ਤੇ ਜਾਣਦੇ ਹੀ ਨਹੀਂ। ਨਾਮ ਦੀ ਮਹਿਮਾ ਇਹ ਹੈ, ਜੇ ਤੂੰ ਬਾਣੀ ਪੜ੍ਹੇਗਾ, ਸਿਮਰਨ ਕਰੇਗਾ, ਜਿਹੜਾ ਪਦਾਰਥ ਵਾਸਤੇ ਸਿਮਰਨ ਕੀਤਾ ਉਹ ਪਦਾਰਥ ਵੀ ਮਿਲੇਗਾ। ਤੇ ਜੋਨੀ ਨਹਿ ਭਵੈ, ਜਨਮਾਂ ਵਿੱਚ ਵੀ ਭਵਨਾ ਨਹੀਂ ਪਵੇਗਾ, ਜਨਮਾਂ ਵਿੱਚ ਵੀ ਆਉਣਾ ਨਹੀਂ ਪਵੇਗਾ, ਜਨਮਾਂ ਦੇ ਵਿੱਚ ਚੱਕਰ ਨਹੀਂ ਲਾਉਣੇ ਪੈਣਗੇ, ਮੁਕਤ ਹੋ ਜਾਏਗਾ। ਸਭ ਕੁਛ ਕਰਤੇ ਹੱਥ ਕਾਰਨ ਜੋ ਕਰੈ, ਕਾਰਨ ਸੰਸਾਰ ਨੂੰ ਜਿਹੜਾ ਕਰਨ ਵਾਲਾ ਪਰਮਾਤਮਾ, ਸਭ ਕੁਝ ਉਹਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਬੁਰੇ ਭਲੇ ਹਮ ਥਾਰੇ, ਅਸੀਂ ਭਾਵੇਂ ਚੰਗੇ ਆ ਭਾਵੇਂ ਮਾੜੇ ਆ, ਡੋਰੀ ਉਹਦੇ ਹੱਥ ਵਿੱਚ ਹੀ ਹੈ। ਜਿਹਦੇ ਹੱਥ ਵਿੱਚ ਡੋਰ ਹੈ ਉਹਨੂੰ ਕਿਹਾ ਜਾਂਦਾ ਕਰਤਾਰ। ਆਪਾਂ ਆਖਦੇ ਆ ਨਾ ਕਰਤਾਰ, ਕਰਤਾਰ ਤੋਂ ਭਾਵ ਹੁੰਦਾ ਹੈ ਕਰ ਨਾਮ ਹੱਥ ਦਾ ਹੈ ਤੇ ਤਾਰ ਨਾਮ ਡੋਰੀ ਦਾ, ਜਿਹਦੇ ਹੱਥ ਵਿੱਚ ਸਾਡੇ ਸਵਾਸਾਂ ਦੀ ਡੋਰ ਫੜੀ ਹੋਈ ਹੈ। ਜਿਹੜੇ ਪਦਾਰਥ ਸਾਨੂੰ ਮਿਲਦੇ ਪਏ ਵੀ ਡੋਰ ਪਰਮਾਤਮਾ ਦੇ ਹੱਥ ਵਿੱਚ ਫੜੀ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਖਸ਼ਿਸ਼ ਐਸੀ ਹੈ, ਸਭ ਕਿਛ ਕਰਤਾ ਹੈ ਹੱਥ, ਜਿਹੜਾ ਕਰਤਾ ਹੈ ਨਾ ਅਕਾਲ ਪੁਰਖ ਦੁਨੀਆ ਬਣਾਉਣ ਵਾਲਾ, ਉਹਦੇ ਹੱਥ ਵਿੱਚ ਹੀ ਹੈ ਸਭ ਕੁਝ। ਜਿਹਨੂੰ ਚਾਹਵੇ ਉਹ ਦੇ ਸਕਦਾ, ਜਿਹਨੂੰ ਚਾਹਵੇ ਉਹ ਤੋਂ ਲੈ ਵੀ ਸਕਦਾ ਹੈ। ਕਾਰਨ ਜੋ ਕਰੈ, ਜੋ ਕਾਰਨ ਦੁਨੀਆ ਬਣਾਉਣ ਵਾਲਾ, ਸੰਸਾਰ ਨੂੰ ਬਣਾਉਣ ਵਾਲਾ ਹੈ, ਸਾਰੇ ਪਦਾਰਥ ਉਹਦੇ ਹੱਥ ਵਿੱਚ ਹਨ। ਨਾਨਕ ਮੰਗੈ ਦਾਨ ਸੰਤਾਂ ਧੂਰ ਤਰੇ, ਤੂੰ ਕੀ ਮੰਗਣਾ ਹੈ ਤੇ ਪਰਮਾਤਮਾ ਦੇ ਕੋਲ ਸਾਰਾ ਕੁਝ ਹੀ ਹੈ। ਪਰ ਗੁਰੂ ਕਿਹਾ ਸਿੱਖਾ ਤੂੰ ਕੀ ਮੰਗਣਾ ਹੈ, ਇਹ ਵੀ ਤੈਨੂੰ ਪਤਾ ਹੋਣਾ ਚਾਹੀਦਾ ਨਾ। ਹੁਣ ਰੱਬ ਦੇ ਕੋਲ ਤੇ ਸਭ ਕੁਝ ਮਿਲੇਗਾ, ਪਰ ਅਸੀਂ ਮੰਗਣਾ ਕੀ ਹੈ? ਮੰਗਣਾ ਇਹ ਹੈ, ਨਾਨਕ ਮੰਗੈ ਦਾਨ, ਅਸੀਂ ਤੇਰੇ ਕੋਲੋਂ ਇੱਕ ਦਾਨ ਮੰਗਦੇ ਹਾਂ, ਇੱਕ ਭਿਕਸ਼ਾ ਮੰਗਦੇ ਹਾਂ, ਇੱਕ ਬਖਸ਼ਿਸ਼ ਮੰਗਦੇ ਹਾਂ। ਕੀ ਬਖਸ਼ਿਸ਼ ਮੰਗਦੇ ਹਾਂ? ਸੰਤਾਂ ਧੂਰ ਤਰੈ, ਜਿਹੜੇ ਸੰਤ ਨੇ ਨਾ ਸ਼ਾਂਤ ਚਿੱਤ ਮਹਾਤਮਾ ਗੁਰਮੁਖ ਨਾਮ ਜਪਣ ਵਾਲੇ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਦੇ, ਤਾਂ ਕਿ ਅਸੀਂ ਵੀ ਸੰਸਾਰ ਤੋਂ ਤਰ ਜਾਈਏ। ਇਹ ਮੰਗਣਾ ਗੁਰੂ ਦੇ ਕੋਲੋਂ ਆ ਕੇ। ਪਦਾਰਥ ਤੇ ਸਾਰੇ ਹੀ ਨੇ ਉਹਦੇ ਕੋਲ, ਜਿਹੜਾ ਮੰਗੇਗਾ ਮਿਲੇਗਾ, ਪਰ ਤੂੰ ਕੀ ਮੰਗਣਾ? ਤੂੰ ਇਹ ਮੰਗਣਾ ਕਿ ਸਾਧੂਆਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ, ਜਿਹੜੀ ਮੱਥੇ ਨੂੰ ਲਾ ਕੇ ਸੰਸਾਰ ਤੋਂ ਤਰ ਜਾਈਏ। ਗਨਕਾ ਉਧਰੀ ਹਰ ਕਹਿ ਤੋਤ, ਗਨਕਾ ਨੂੰ ਵੀ ਸਾਧੂ ਮਿਲਿਆ, ਤੇ ਜਿਹਨੇ ਤੋਤੇ ਨੂੰ ਦੇ ਕੇ ਆਖਿਆ ਨਾਮ ਜਪਾਇਆ ਕਰ, ਤੇ ਤਰ ਗਈ ਸੰਸਾਰ ਤੋਂ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਦੁਨੀਆ ਤੇ ਅਜਾਮਲ ਨਾਮ ਦਾ ਇੱਕ ਪੰਡਤ ਹੋਇਆ ਵਿਦਵਾਨ, ਤੇ ਮਿਲੇ ਤੇ ਉਹਨੂੰ ਵੀ ਸਾਧੂ ਹੀ ਆ ਕੇ ਸਨ, ਤੇ ਉਹਦਾ ਨਿਸਤਾਰਾ ਹੋ ਗਿਆ, ਪਾਰ ਉਤਾਰਾ ਹੋ ਗਿਆ ਸਾਧੂਆਂ ਦੀ ਸੰਗਤ ਕਰਕੇ। ਪਾਤਸ਼ਾਹ ਕਹਿਣ ਲੱਗੇ ਇਹ ਹੈ ਸੰਗਤ ਦਾ ਫਲ, ਜਿਹੜੇ ਮਹਾਤਮਾ ਗੁਰਮੁਖ ਨਾਮ ਰਸੀਏ ਨੇ, ਉਹਨਾਂ ਦੇ ਚਰਨਾਂ ਦੀ ਧੂੜ ਤੈਨੂੰ ਤਾਰ ਦੇਵੇਗੀ, ਜਿਵੇਂ ਗਣਕਾ ਨੂੰ ਤਾਰਿਆ, ਜਿਵੇਂ ਅਜਾਮਲ ਨੂੰ ਤਾਰਿਆ ਹੈ, ਤੂੰ ਵੀ ਸੰਸਾਰ ਤੋਂ ਤਰ ਜਾਏਗਾ। ਮਹੱਲਾ ਪੰਜਵਾਂ। ਤਿਸਨੋ ਮਨ ਵਸਾਏ ਜਿਨ ਪਾਇਆ, ਵਿੱਚ ਕਿਹਨੂੰ ਵਸਾਉਣਾ ਚਾਹੀਦਾ? ਸਾਡੇ ਮਨ ਵਿੱਚ ਕੌਣ ਵਸਣਾ ਚਾਹੀਦਾ? ਸਾਡੇ ਮਨ ਵਿੱਚ ਵਸੇ ਨੇ ਦੁਨੀਆ ਦੇ ਖਿਆਲਾਤ, ਸਾਡੇ ਮਨ ਵਿੱਚ ਵਸੇ ਹੋਏ ਨੇ ਦੁਨੀਆ ਵਿੱਚ ਕੀ ਹੁੰਦਾ ਪਿਆ, ਫਲਾਣੇ ਦੇ ਘਰੇ ਲੜਾਈ ਕਿਉਂ ਹੋਈ ਹੈ, ਕਿਵੇਂ ਹੋਈ ਹੈ, ਕਾਹਤੋਂ ਹੋਈ ਹੈ, ਥੋੜ੍ਹੀ ਹੋਈ ਹੈ, ਬਹੁਤੀ ਹੋਈ ਹੈ। ਸਾਡੇ ਮਨ ਦੇ ਖਿਆਲਾਤ ਨੇ, ਇਹ ਵਿਚਾਰ ਨੇ ਦੂਜੇ ਘਰੇ ਕੀ ਹੋਇਆ।
ਦੂਜੇ ਪਿੰਡ ਕੀ ਹੋਇਆ ਹੈ, ਰਿਸ਼ਤੇਦਾਰਾਂ ਵਿੱਚ ਕੀ ਹੋਇਆ। ਇਹੋ ਜਿਹੇ ਖਿਆਲ ਨੇ ਸਾਡੇ ਮਨ ਵਿੱਚ। ਸਾਡੇ ਮਨ ਵਿੱਚ ਗੱਲਾਂ ਹੀ ਉਹ ਵਸੀਆਂ ਨੇ ਜਿਹੜੀਆਂ ਵਸਣੀਆਂ ਨਹੀਂ ਚਾਹੀਦੀਆਂ ਸਨ। ਨਿੰਦਿਆ ਵਸੀ ਹੋਈ ਹੈ, ਚੁਗਲੀ ਵਸੀ ਹੋਈ ਹੈ, ਬੁਰਾ ਚਿਤਵਨਾ ਅਤੇ ਬੁਰਾ ਕਰਨਾ ਇਹ ਵਸਿਆ ਹੋਇਆ। ਬੁਰਾ ਚਿਤਵਨਾ ਹੁੰਦਾ ਵੀ ਮਨ ਵਿੱਚ ਸੋਚਣਾ ਵੀ ਇਹਦਾ ਚੰਗਾ ਨਹੀਂ ਹੋਣਾ ਚਾਹੀਦਾ, ਕੋਈ ਇਹੋ ਜਿਹਾ ਕੰਮ ਬਣੇ ਵੀ ਇਹਦਾ ਹੋਵੇ, ਇਹ ਵੀ ਪਾਪ ਹੈ, ਮਨ ਵਿੱਚ ਸੋਚ ਲਿਆ। ਅਤੇ ਬੁਰਾ ਕਰਨਾ ਇਹ ਹੁੰਦਾ ਵੀ ਆਪ ਲੱਗ ਹੀ ਪੈਣਾ ਵੀ ਨਹੀਂ ਜੇ ਹੋਇਆ ਨਹੀਂ ਤਾਂ ਮੈਂ ਕਰਾ ਕੇ ਛੱਡਾਂਗਾ, ਆਪ ਮਗਰ ਲੱਗ ਜਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਮਨ ਵਿੱਚ ਇਹ ਗੱਲਾਂ ਫਿੱਟ ਕੀਤੀਆਂ ਗਈਆਂ, ਨਿੰਦਿਆ ਚੁਗਲੀ ਦਵੈਸ਼ ਬੁਰਾ ਕਰਨਾ ਬੁਰਾ ਸੋਚਣਾ। ਪਰ ਅਸਲ ਵਿੱਚ ਚਾਹੀਦਾ ਸੀ ਕਿ ਤੈਨੂੰ ਤਿਸ ਨੂੰ ਮਨ ਵਸਾਏ ਜਿਨੇ ਉਪਾਇਆ, ਜਿਹਨੇ ਤੈਨੂੰ ਪੈਦਾ ਕੀਤਾ ਹੈ। ਜਿਨ ਉਪਾਇਆ, ਜਿਹਨੇ ਤੈਨੂੰ ਪੈਦਾ ਕੀਤਾ ਤਿਸ ਨੂੰ ਮਨ ਵਸਾਏ। ਅਸਲ ਵਿੱਚ ਉਹਨੂੰ ਮਨ ਵਿੱਚ ਵਸਾਉਣਾ ਚਾਹੀਦਾ ਸੀ ਜਿਹਨੇ ਤੈਨੂੰ ਪੈਦਾ ਕੀਤਾ ਹੈ। ਅਤੇ ਪੈਦਾ ਸਾਨੂੰ ਕਿਸੇ ਪੈਗੰਬਰ ਨੇ ਨਹੀਂ ਕੀਤਾ, ਪੈਦਾ ਸਾਨੂੰ ਪਰਮੇਸ਼ਰ ਨੇ ਕੀਤਾ ਹੈ। ਭਾਵ ਇਹ ਹੈ ਕਿ ਪਰਮੇਸ਼ਰ ਨੂੰ ਮਨ ਵਿੱਚ ਵਸਾ ਜਿਹਨੇ ਤੈਨੂੰ ਜਨਮ ਦਿੱਤਾ ਹੈ। ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਅੱਜ ਜੇ ਅਸੀਂ ਉਹਨੂੰ ਮਨ ਵਿੱਚ ਧਿਆਵਾਂਗੇ, ਜੇ ਮਨ ਵਿੱਚ ਵਸਾਵਾਂਗੇ ਤਾਂ ਮਿਲੇਗਾ ਕੀ? ਕਿਉਂਕਿ ਸਾਨੂੰ ਆਉਣ ਵਾਲੇ ਸਮੇਂ ਦੀ ਬੜੀ ਚਿੰਤਾ ਹੈ। ਸਾਡਾ ਸਰੀਰ ਭਾਵੇਂ ਕਿੰਨਾ ਚਿਰ ਰਹਿਣਾ ਸਾਨੂੰ ਪਤਾ ਨਹੀਂ, ਪਰ ਸਾਨੂੰ ਪੁੱਤਰਾਂ ਦੀ ਫਿਕਰ ਹੈ, ਅੱਗੇ ਪੁੱਤਰਾਂ ਦੇ ਗਾਂ ਪੁੱਤਰਾਂ ਦੀ ਵੀ ਫਿਕਰ ਹੈ। ਮੇਰੇ ਅੱਗੇ ਖਾਨਦਾਨ ਵਾਲੇ ਆਉਣ ਵਾਲੇ ਕੀ ਕਰਨਗੇ, ਬੜੀ ਫਿਕਰ ਆ, ਦਿਨੇ ਰਾਤ ਲੱਗੀ ਰਹਿੰਦੀ ਹੈ। ਕਿਉਂਕਿ ਅਸੀਂ ਹੁਣ ਦਾ ਨਹੀਂ, ਅਸੀਂ ਗਾਂਹ ਦਾ ਸੋਚਦੇ ਹਾਂ। ਜੇ ਹੁਣ ਦਾ ਸੋਚਦੇ ਹੁੰਦੇ ਤਾਂ ਹੋ ਸਕਦਾ ਜ਼ਿੰਦਗੀ ਖੁਸ਼ਹਾਲ ਹੋ ਜਾਂਦੀ, ਜ਼ਿੰਦਗੀ ਨੂੰ ਸਕੂਨ ਮਿਲ ਜਾਂਦਾ, ਚੈਨ ਮਿਲ ਜਾਂਦਾ। ਪਰ ਅਸੀਂ ਤਾਂ ਬੜਾ ਗਾਂਹ ਸੋਚਦੇ ਹਾਂ, ਕੱਲ੍ਹ ਨੂੰ ਕੀ ਹੋਵੇਗਾ, ਅਗਲੇ ਸਾਲ ਕੀ ਹੋਵੇਗਾ। ਅਤੇ ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਜੇ ਅਸੀਂ ਉਹਨੂੰ ਮਨ ਵਿੱਚ ਵਸਾਵਾਂਗੇ ਜਿਹਦੀ ਤੁਸੀਂ ਗੱਲ ਕਰਦੇ ਹੋ, ਫਿਰ ਕੱਲ੍ਹ ਨੂੰ ਕੀ ਹੋਵੇਗਾ, ਜਾਂ ਸਾਡੇ ਜੀਵਨ ਵਿੱਚ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਸਵਾਲ ਬਣ ਗਿਆ ਨਾ ਵੀ ਕਿਵੇਂ ਦਾ ਹੋਵੇਗਾ। ਅਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਨ ਜਨ ਧਿਆਇਆ ਖਸਮ, ਜਿਨ੍ਹਾਂ ਨੇ ਖਸਮ ਮਾਲਕ ਨੂੰ ਧਿਆਇਆ ਤੇਰੇ ਤੋਂ ਪਹਿਲਾਂ, ਤਿੰਨ ਸੁਖ ਪਾਇਆ, ਉਹਨਾਂ ਨੇ ਸੁਖ ਪਾਇਆ ਸੀਗਾ। ਜਿਹੜੇ ਹੁਣ ਧਿਆਉਣਗੇ ਉਹ ਵੀ ਸੁਖ ਪਾਉਣਗੇ, ਜਿਹੜੇ ਆਉਣ ਵਾਲੇ ਸਮੇਂ ਵਿੱਚ ਧਿਆਉਣਗੇ ਉਹ ਵੀ ਸੁਖ ਪਾਉਣਗੇ ਰੱਬ ਨੂੰ ਧਿਆ ਕੇ। ਜਿਹਨੇ ਵੀ ਧਿਆਇਆ ਭਾਵੇਂ ਪਹਿਲੇ ਸਮੇਂ ਵਿੱਚ ਅਤੇ ਭਾਵੇਂ ਆਉਣ ਵਾਲੇ ਸਮੇਂ ਵਿੱਚ ਉਹਨੂੰ ਸੁਖ ਹੀ ਮਿਲਿਆ ਹੈ, ਕਿਉਂਕਿ ਉਹ ਪਰਮਾਤਮਾ ਹੈ ਹੀ ਸੁੱਖਾਂ ਦਾ ਘਰ। ਜੇ ਤੂੰ ਵੀ ਧਿਆਵੇਂਗਾ, ਮਨ ਵਿੱਚ ਵਸਾਵੇਂਗਾ, ਤੈਨੂੰ ਵੀ ਸੁਖ ਪ੍ਰਾਪਤ ਹੋਣਗੇ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਗੁਰਮੁਖ ਜਿਹੜੇ ਨੇ ਦੁਨੀਆ 'ਤੇ ਆਏ ਸਫਲੇ ਤੇ ਪ੍ਰਵਾਨ ਨੇ। ਕੌਣ? ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ, ਸਾਨੂੰ ਬਾਣੀ ਬੜੀ ਸੁਖੈਨ ਤਰੀਕੇ ਨਾਲ ਬਖਸ਼ੀ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਪੰਡਤ ਨੇ ਸਵਾਲ ਕੀਤਾ ਸੀ, ਮਹਾਰਾਜ ਦੁਨੀਆ ਦੇ ਵਿੱਚ ਸ਼ਾਸਤਰ ਨੇ, ਵੇਦ ਨੇ, ਕੁਰਾਨ ਨੇ, ਪੁਰਾਣ ਨੇ, ਬੜੇ ਗ੍ਰੰਥ ਨੇ ਉਪਦੇਸ਼ ਦੇਣ ਵਾਲੇ, ਤੁਸੀਂ ਆਪਣਾ ਗ੍ਰੰਥ ਕਿਉਂ ਰਚਦੇ ਪਏ ਹੋ? ਤੁਸੀਂ ਕਿਉਂ ਬਾਣੀ ਰਚਦੇ ਪਏ ਹੋ? ਤੁਹਾਨੂੰ ਕੀ ਲੋੜ ਹੈ ਕੁਰਾਨ ਅਤੇ ਪੁਰਾਣ ਦੁਨੀਆ ਪੜ੍ਹੇ, ਵੇਦ ਪੜ੍ਹੇ, ਬਾਈਬਲ ਪੜ੍ਹੇ, ਉਹਦੇ ਤੋਂ ਗਿਆਨ ਮਿਲ ਜਾਏਗਾ। ਤੁਸੀਂ ਆਪਣਾ ਨਵਾਂ ਗ੍ਰੰਥ ਵੱਖਰਾ ਰਚਦੇ ਪਏ, ਬਾਣੀ ਰਚਦੇ ਪਏ, ਕਾਰਨ ਕੀ ਹੈ? ਇਹ ਕਿਉਂ ਕੀਤਾ ਹੈ? ਅਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੁਣਿਆ ਉਸ ਪੰਡਤ ਵਿਦਵਾਨ ਦਾ ਬਚਨ, ਅਤੇ ਮਹਾਰਾਜ ਕਹਿਣ ਲੱਗੇ ਪੰਡਤ ਜੀ ਬਚਨ ਇਹ ਹੈ ਵੀ ਪਾਣੀ ਤੇ ਸਾਰੀ ਧਰਤੀ ਦੇ ਥੱਲੇ ਹੈ, ਭਾਵੇਂ ਮਾਰੂ ਥਲ ਹੈ, ਭਾਵੇਂ ਪਹਾੜ ਹੈ, ਭਾਵੇਂ ਪੱਧਰਾ ਜ਼ਮੀਨੀ ਇਲਾਕਾ ਹੈ, ਪਾਣੀ ਸਾਰਿਆਂ ਥਾਵਾਂ 'ਤੇ ਹੀ ਹੈ। ਪਰ ਕਈਆਂ ਥਾਵਾਂ 'ਤੇ ਉਹ ਪਾਣੀ ਕੱਢਣਾ ਬੜਾ ਔਖਾ ਹੈ। ਕਈ ਇਲਾਕੇ ਇਕੱਠੇ ਹੋ ਕੇ ਵੀ ਖੂਹ ਨਹੀਂ ਬਣਾ ਸਕਦੇ, ਪਾਣੀ ਨਹੀਂ ਕੱਢ ਸਕਦੇ। ਅਤੇ ਕਈਆਂ ਥਾਵਾਂ 'ਤੇ ਪਾਣੀ ਉੱਪਰ ਹੀ ਤੁਰਿਆ ਫਿਰਦਾ, ਆਰਾਮ ਨਾਲ ਉੱਥੋਂ ਭਰਿਆ ਜਾ ਸਕਦਾ, ਪੀਤਾ ਜਾ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਵੇਦ ਸ਼ਾਸਤਰ ਨੇ ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਪੜ੍ਹਨਾ ਅਤੇ ਧਰਤੀ ਤੋਂ ਡੂੰਘਾ ਪਾਣੀ ਕੱਢਣ ਵਾਲੀ ਗੱਲ ਹੈ। ਕਿਉਂਕਿ ਨਾ ਉਹ ਭਾਸ਼ਾ ਕਿਸੇ ਨੂੰ ਆਵੇ, ਨਾ ਕੋਈ ਉਹਨੂੰ ਪੜ੍ਹ ਸਕੇ, ਨਾ ਕੋਈ ਉਹਨੂੰ ਸਮਝ ਸਕੇ। ਗ੍ਰੰਥ ਨੇ ਧਾਰਮਿਕ ਜ਼ਰੂਰ, ਗਿਆਨ ਉਹਨਾਂ ਵਿੱਚ ਬੜਾ ਲਿਖਿਆ, ਪਰ ਉਹ ਗਿਆਨ ਪੜ੍ਹਨ ਵਾਸਤੇ ਉਹਦੇ ਵਾਸਤੇ ਬੇਅੰਤ ਸਮਾਂ ਲਾਉਣਾ ਪਵੇਗਾ ਤਾਂ ਕਿ ਉਸ ਗਿਆਨ ਨੂੰ ਸਮਝਿਆ ਜਾ ਸਕੇ। ਹੁਣ ਜਿਹਦੇ ਕੋਲ ਪੈਸਾ ਨਹੀਂ ਉਹ ਖੂਹ ਕਿੱਥੋਂ ਲਾ ਲਵੇਗਾ?
ਪਥਰੀਲੀ ਧਰਤੀ ਨੂੰ, ਪੱਥਰ ਨੂੰ ਪਾੜ ਕੇ ਕਿਵੇਂ ਪਾਣੀ ਕੱਢ ਲਵੇਗਾ? ਉਹਨੂੰ ਤੇ ਪਾਣੀ ਉਹ ਚਾਹੀਦਾ, ਜਾਂ ਉੱਪਰੋਂ ਮੀਂਹ ਦਾ ਪੈ ਜਾਵੇ, ਜਾਂ ਉੱਪਰ ਕੋਈ ਝਰਨਾ ਚੱਲਦਾ ਹੋਵੇ ਤੇ ਉੱਥੋਂ ਬਾਲਟੀ ਭਰ ਕੇ ਪੀ ਲਵੇ। ਉਹ ਖੂਹ ਨਹੀਂ ਲਾ ਸਕਦਾ। ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਇਹ ਸਾਡੀ ਗੁਰਬਾਣੀ ਉਹਨਾਂ ਦੇ ਵਾਸਤੇ ਵਰਖਾ ਹੈ, ਸਾਡੀ ਗੁਰਬਾਣੀ ਉਹਨਾਂ ਦੇ ਵਾਸਤੇ ਉਹ ਪਾਣੀ ਦਾ ਝਰਨਾ ਹੈ ਜਿਨ੍ਹਾਂ ਨੂੰ ਵੇਦ ਸ਼ਾਸਤਰ ਸਮਝ ਨਹੀਂ ਆਇਆ। ਔਖੀ ਭਾਸ਼ਾ ਕਰਕੇ ਉਹਨਾਂ ਨੂੰ ਗੁਰਬਾਣੀ ਬੜੇ ਸੌਖੇ ਸੁਖੈਨ ਤਰੀਕੇ ਨਾਲ ਪਤਾ ਲੱਗ ਜਾਂਦੀ ਹੈ, ਸਮਝ ਆ ਜਾਂਦੀ ਹੈ। ਇਹ ਬਾਣੀ ਅਸੀਂ ਉਹਨਾਂ ਲੋਕਾਂ ਵਾਸਤੇ ਉਚਾਰਦੇ ਪਏ ਹਾਂ ਜਿਹੜੇ ਬਾਣੀ ਨੂੰ ਪੜ੍ਹਨਗੇ ਤੇ ਸਿੱਧੇ ਅੱਖਰ, ਸਿੱਧੀ ਗੱਲ ਉਹਨਾਂ ਨੂੰ ਸਮਝ ਆ ਜਾਵੇ। ਤੇ ਗੁਰਮੁਖੋ ਇਹ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਨਾ ਚੰਗੀ ਤਰ੍ਹਾਂ ਮਨ ਟਿਕਾ ਕੇ, ਤੇ ਬਾਣੀ ਦੇ ਅੱਖਰ ਸਾਨੂੰ ਸਮਝ ਦਿੰਦੇ, ਗਿਆਨ ਦਿੰਦੇ ਵੀ ਬਾਣੀ ਕਹਿ ਕੀ ਰਹੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਸਫਲ ਜਨਮ ਪ੍ਰਵਾਨ ਗੁਰਮੁਖ ਆਇਆ। ਉਹਨਾਂ ਗੁਰਮੁਖਾਂ ਦਾ ਜਨਮ ਹੋ ਗਿਆ, ਸਫਲਾ ਪ੍ਰਵਾਨ ਹੋ ਗਿਆ। ਕੌਣ? ਜਿਨ੍ਹਾਂ ਨੇ ਖਸਮ ਨੂੰ ਧਿਆਇਆ। ਪਹਿਲੀ ਪੰਕਤੀ ਵਿੱਚ ਬਚਨ ਆਇਆ ਸੀ ਜਿਨ੍ਹਾਂ ਨੇ ਮਾਲਕ ਨੂੰ ਧਿਆਇਆ ਉਹ ਸਫਲੇ ਤੇ ਪ੍ਰਵਾਨ ਹਨ। ਹੁਕਮ ਬੁੱਝ ਨਿਹਾਲ ਖਸਮ ਫਰਮਾਇਆ। ਉਹ ਜਿਨ੍ਹਾਂ ਨੇ ਹੁਕਮ ਨੂੰ ਬੁੱਝਿਆ ਹੈ ਉਹ ਨਿਹਾਲ ਹੋ ਗਏ। ਇਹੋ ਹੀ ਖਸਮ ਅਕਾਲ ਪੁਰਖ ਦਾ ਫਰਮਾਨ ਹੈ, ਹੁਕਮ ਹੈ। ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ ਉਹ ਪ੍ਰਵਾਨ ਤੇ ਸਫਲੇ ਹਨ। ਜਿਸ ਹੋਆ ਆਪ ਕਿਰਪਾਲ ਸੋ ਨ ਪਰਮਾਇਆ। ਜਿਹਦੇ ਉੱਪਰ ਉਹ ਕਿਰਪਾਲੂ ਹੋ ਜਾਂਦਾ, ਮਿਹਰ ਕਰ ਦਿੰਦਾ, ਤਰਸ ਕਰ ਦਿੰਦਾ ਹੈ, ਉਹਨੂੰ ਫਿਰ 84 ਲੱਖ ਜੂਨਾਂ ਵਿੱਚ ਭਰਮਾਉਂਦਾ ਨਹੀਂ ਹੈ। 84 ਲੱਖ ਦੇ ਗੇੜੇ ਵਿੱਚ ਚੱਕਰ ਲਾਉਣ ਵਾਸਤੇ ਨਹੀਂ ਛੱਡਦਾ। ਅਸੀਂ ਕਾਹਦੇ ਵਾਸਤੇ ਆਏ ਹਾਂ? ਗੁਰੂ ਦੇ ਕੋਲ, ਗੁਰੂ ਦੀ ਮਿਹਰ ਲੈਣ ਵਾਸਤੇ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਵੀ ਸਾਡੇ ਤੇ ਵੀ ਉਹ ਤਰਸ ਕਰੇ ਤੇ ਸਾਨੂੰ ਗੇੜਾ ਨਾ ਲੱਗੇ 84 ਦਾ। ਪਾਤਸ਼ਾਹ ਕਹਿਣ ਲੱਗੇ ਜਿਸ ਹੋਵਾ ਆਪ ਕਿਰਪਾਲ, ਜਿਹਦੇ ਤੇ ਕਿਰਪਾਲੂ ਹੋ ਜਾਂਦਾ ਹੈ ਉਹਨੂੰ ਫਿਰ ਅੱਗੇ ਜਨਮਾਂ ਵਿੱਚ ਨਹੀਂ ਜਾਣ ਦਿੰਦਾ ਹੈ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਖਸਮ ਪਰਮਾਤਮਾ ਨੇ ਜੋ ਜੋ ਵੀ ਦਿੱਤਾ ਗੁਰਮੁਖਾਂ ਨੂੰ ਉਹ ਉਹਦੇ ਵਿੱਚ ਹੀ ਸੁੱਖ ਸਮਝਦੇ ਨੇ। ਸਾਨੂੰ ਮਿਲਿਆ ਬਹੁਤ ਕੁਝ ਹੈ, ਮਾਤਾ ਪਿਤਾ ਭੈਣ ਭਰਾ ਪਦਾਰਥ ਘਰ ਬਾਰ ਸਾਰੇ ਸਾਧਨ ਸੁੱਖ ਮਿਲੇ, ਪਰ ਸਾਨੂੰ ਲੱਗਦਾ ਨਹੀਂ ਵੀ ਸਾਨੂੰ ਸਭ ਕੁਝ ਮਿਲਿਆ। ਸਾਨੂੰ ਲੱਗਦਾ ਵੀ ਹਾਲੇ ਬਹੁਤ ਘੱਟ ਮਿਲਿਆ, ਸਾਨੂੰ ਹੋਰ ਚਾਹੀਦਾ ਸੀ, ਤਾਂ ਸਾਨੂੰ ਸੁੱਖ ਨਹੀਂ ਹੈ। ਹੈ ਤੇ ਬੜਾ ਕੁਝ ਕੋਲ, ਪਰ ਜਿਹੜਾ ਸਾਡੇ ਕੋਲ ਹੈ ਨਾ ਉਹ ਸਾਨੂੰ ਬੜਾ ਥੋੜ੍ਹਾ ਜਾਪਦਾ ਹੈ ਵੀ ਜਿੰਨਾ ਮੈਨੂੰ ਮਿਲਣਾ ਚਾਹੀਦਾ ਉਹਨਾਂ ਨਹੀਂ ਮਿਲਿਆ, ਮੈਨੂੰ ਹੋਰ ਮਿਲਣਾ ਚਾਹੀਦਾ ਹੈ। ਸਾਡੇ ਕੋਲ ਸੁੱਖ ਤੇ ਸੀ ਪਰ ਅਸੀਂ ਸੁੱਖ ਨੂੰ ਮਾਣ ਨਹੀਂ ਸਕੇ, ਸੁੱਖ ਨੂੰ ਲੈ ਨਹੀਂ ਸਕੇ, ਕਿਉਂਕਿ ਬਿਰਤੀ ਥੱਲੇ ਵੇਖਣ ਵਾਲੀ ਹੈ ਹੀ ਨਹੀਂ। ਅੱਗੇ ਵੇਖਦੇ ਪਿਆ ਵੀ ਹੋਰ ਕੀ ਮਿਲਣਾ, ਹੋਰ ਕੀ ਮਿਲੇਗਾ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਬਿਰਤੀ ਕੈਸੀ ਹੈ ਵੀ ਜੋ ਤੂੰ ਦਿੱਤਾ ਹੈ ਨਾ ਪਰਮਾਤਮਾ ਉਹ ਮੇਰੇ ਤੋਂ ਵੱਧ ਕੇ ਹੀ ਦਿੱਤਾ। ਮੈਂ ਇੰਨੇ ਜੋਗਾ ਹੈ ਨਹੀਂ ਸੀ, ਮੈਂ ਇੰਨੇ ਜੋਗਾ ਨਹੀਂ ਸੀ ਜਿੰਨੀਆਂ ਤੂੰ ਦਾਤਾਂ ਮੈਨੂੰ ਦਿੱਤੀਆਂ ਨੇ। ਮੈਨੂੰ ਬਹੁਤ ਕੁਝ ਮਿਲ ਗਿਆ। ਉਹ ਇਸ ਤਰ੍ਹਾਂ ਜਾਣ ਕੇ ਸੁਖੀ ਹੋ ਲੈਂਦੇ, ਉਹ ਸੁੱਖ ਵਿੱਚ ਪੈ ਜਾਂਦੇ। ਜੋ ਤੂੰ ਦਿੱਤਾ ਹੈ ਉਹ ਭਲਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਜੇ ਤੂੰ ਅੱਜ ਦਿੰਦਾ ਪਿਆ ਤੇ ਅੱਜ ਵੀ ਤੂੰ ਸਹੀ ਸਲਾਮਤ ਹੈ। ਜੇ ਕੱਲ੍ਹ ਦਾ ਦਿਨ ਆਵੇਗਾ ਤੇ ਉਦੋਂ ਵੀ ਤੇ ਤੂੰ ਸਹੀ ਸਲਾਮਤ ਹੋ ਕੇ ਆਪੇ ਹੀ ਦੇਵੇਂਗਾ ਨਾ। ਤੇ ਸਾਖੀ ਸਾਨੂੰ ਸਮਝਾਈ ਹੈ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ। ਗੋਇੰਦਵਾਲ ਦੀ ਧਰਤੀ ਤੇ ਬਰਤਨ ਰਾਤ ਨੂੰ ਮੂਧੇ ਮਾਰੇ ਜਾਂਦੇ। ਸਿੱਖਾਂ ਨੇ ਪੁੱਛਿਆ ਮਹਾਰਾਜ ਬਰਤਨ ਹੀ ਉਲਟੇ ਕਰ ਛੱਡੇ, ਕੁਝ ਦਾਲ ਪ੍ਰਸ਼ਾਦਾ ਬਚਿਆ ਕੱਲ੍ਹ ਨੂੰ ਛਕ ਲਵਾਂਗੇ, ਪਾਣੀ ਬਚਿਆ ਕੱਲ੍ਹ ਨੂੰ ਪੀ ਲਵਾਂਗੇ। ਤੇ ਮਹਾਰਾਜ ਕਹਿੰਦੇ ਗੁਰੂ ਕਿਹਾ ਸਿੱਖੋ ਜਿਹਨੇ ਕੱਲ੍ਹ ਦਾ ਦਿਨ ਦੇਣਾ, ਜਿਹਨੇ ਕੱਲ੍ਹ ਨੂੰ ਜ਼ਿੰਦਗੀ ਦੇਣੀ ਹੈ, ਜਿਹਨੇ ਕੱਲ੍ਹ ਨੂੰ ਸਾਹ ਦੇਣੇ ਨੇ, ਹੁਣ ਸਾਹ ਤਾਂ ਨਹੀਂ ਨਾ ਆਪਾਂ ਰੱਖ ਸਕਦੇ, ਪਾਣੀ ਦੀ ਤੇ ਬਾਲਟੀ ਭਰ ਲਵਾਂਗੇ, ਰੋਟੀ ਸਬਜ਼ੀ ਤੇ ਬਚਾ ਕੇ ਰੱਖ ਲਵਾਂਗੇ, ਪਰ ਜਿਹੜੇ ਕੱਲ੍ਹ ਨੂੰ ਸਾਹ ਲੈਣੇ ਨੇ ਉਹ ਅੱਜ ਨਹੀਂ ਆਪਾਂ ਡੱਬੇ 'ਚ ਬੰਦ ਕਰਕੇ ਰੱਖ ਛੱਡਦੇ ਕਰ ਸਕਦੇ ਵੀ ਕੱਲ੍ਹ ਨੂੰ ਮੈਂ ਸਾਹ ਲੈਣਾ, ਮੈਂ ਅੱਜ ਹੀ ਉਹਨਾਂ ਨੂੰ ਇਕੱਠੇ ਕਰਕੇ ਰੱਖ ਲਵਾਂ। ਉਹ ਕੱਲ੍ਹ ਵਾਲੇ ਸਾਹ ਉਹ ਕੱਲ੍ਹ ਨੂੰ ਹੀ ਆਉਣੇ ਨੇ। ਮਹਾਰਾਜ ਕਹਿਣ ਲੱਗੇ ਜਿਹੜਾ ਕੱਲ੍ਹ ਨੂੰ ਸਾਹ ਦੇਵੇਗਾ ਲੈਣ ਵਾਸਤੇ, ਜੀਵਨ ਦੇਵੇਗਾ ਤੇ ਉਹ ਰਿਜ਼ਕ ਵੀ ਦੇਵੇਗਾ। ਇਹ ਹੈ ਗੁਰਮੁਖਾਂ ਦੀ ਨਿਸ਼ਾਨੀ। ਜੋ ਕੁਝ ਦਿੱਤਾ ਤੂੰ ਬਹੁਤਾ ਦਿੱਤਾ ਹੈ, ਇਹਦੇ ਵਿੱਚ ਸੁੱਖ ਲੈਂਦੇ ਨੇ ਉਹ। ਸਾਨੂੰ ਜੋ ਕੁਝ ਮਿਲਿਆ ਅਸੀਂ ਕਹਿੰਦੇ ਬੜਾ ਥੋੜ੍ਹਾ ਮਿਲਿਆ। ਸੁੱਖ ਹੁੰਦਿਆਂ ਹੋਇਆਂ ਵੀ ਅਸੀਂ ਦੁੱਖ ਵਿੱਚ ਪਏ ਹੋਏ ਹਾਂ। ਇਹ ਮਨਮੁਖਾਂ ਦੀ ਹਾਲਤ ਹੈ। ਬਚਨ ਸਮਝਣ ਵਾਲਾ ਜੇ ਸਮਝ ਵਿੱਚ ਪੈ ਜਾਵੇ, ਗੁਰੂ ਇਹ ਗੱਲ ਆਖਦਾ ਪਿਆ ਵੀ ਜਿਹੜਾ ਕੱਲ੍ਹ ਨੂੰ ਸਾਹ ਦੇਵੇਗਾ ਉਹ ਪਦਾਰਥ ਵੀ ਦੇਵੇਗਾ। ਪਰ ਜਿਹੜਾ ਮਨਮੁਖ ਉਹ ਕਹਿੰਦਾ ਵੀ ਜੋ ਦਿੱਤਾ ਉਹ ਥੋੜ੍ਹਾ ਦਿੱਤਾ, ਮੈਨੂੰ ਹੋਰ ਚਾਹੀਦਾ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਖਸਮ ਨੇ ਜੋ ਦਿੱਤਾ ਗੁਰਮੁਖ ਉਹਦੇ ਵਿੱਚ ਸੁਖ ਪਾਉਂਦੇ ਹਨ। ਨਾਨਕ ਜਿਸੈ ਦਇਆਲ 부ਝਾਏ ਹੁਕਮ ਮਿਤ। ਹੁਕਮ ਦੀ ਮਰਿਆਦਾ ਵੀ ਉਹਨੂੰ ਹੀ ਬੁਝਾਉਂਦਾ, ਉਹਨੂੰ ਸਮਝਾਉਂਦਾ ਜਿਹਦੇ ਤੇ ਦਿਆਲੂ ਹੁੰਦਾ, ਬਾਕੀ ਨਹੀਂ ਉਹਦੇ ਹੁਕਮ ਨੂੰ ਬੁੱਝ ਸਕਦੇ। ਆਪਾਂ ਇਤਿਹਾਸ ਦੀਆਂ ਕਿੰਨੀਆਂ ਸਾਖੀਆਂ ਸਰਵਨ ਕਰਦੇ ਹਾਂ। ਗੁਰੂ ਦਾ ਹੁਕਮ ਵੀ ਉਹਨਾਂ ਨੇ ਮੰਨਿਆ ਜਿਨ੍ਹਾਂ ਨੂੰ ਉਹ ਮਨਾਉਣਾ ਚਾਹੁੰਦਾ ਵੀ ਆਹ ਮੇਰੀ ਮਰਿਆਦਾ ਵਿੱਚ ਰਵੇ ਤੇ ਠੀਕ ਹੈ, ਆਹ ਮਰਿਆਦਾ ਤੋਂ ਬਾਹਰ ਹੋ ਜਾਵੇ ਤਾਂ ਠੀਕ ਹੈ। ਜਿਨ੍ਹਾਂ ਨੂੰ ਹੁਕਮ ਬੁਝਾਉਣਾ ਚਾਹੁੰਦਾ, ਸਮਝਾਉਣਾ ਚਾਹੁੰਦਾ, ਜਾਂ ਕਹਿ ਲਈਏ ਜਿਨ੍ਹਾਂ ਨੂੰ ਹੁਕਮ ਦੇ ਵਿੱਚ ਰੱਖਣਾ ਚਾਹੁੰਦਾ, ਉਹਨਾਂ ਨੂੰ ਆਪਣੇ ਹੁਕਮ ਦੀ ਬਖਸ਼ਿਸ਼ ਕਰਦਾ ਹੈ। ਜਿਸੈ ਭੁਲਾਏ ਆਪ ਮਰ ਮਰ ਜੰਮੈ ਨਿਤ। ਰੱਬ ਹੀ ਭੁਲਾ ਦੇਵੇ। ਤੇ ਪਾਤਸ਼ਾਹ ਕਹਿਣ ਲੱਗੇ ਉਹ ਫਿਰ ਵਾਰ-ਵਾਰ ਜੰਮਦੇ, ਵਾਰ-ਵਾਰ ਮਰਦੇ। ਭਗਵਾਨ ਰਾਮਚੰਦਰ ਜੀ ਲੰਕਾ ਨੂੰ ਜਾਣ ਵਾਸਤੇ ਪੁਲ ਬਣਾਉਂਦੇ ਪਏ। ਨਲ ਤੇ ਨੀਲ ਨਾਮ ਦੇ ਦੋ ਸੇਵਕ ਸਨ, ਜਿਹੜੇ ਪੱਥਰਾਂ ਦੇ ਉੱਪਰ ਰਾਮ ਲਿਖ ਕੇ ਤੇ ਪਾਣੀ ਵਿੱਚ ਰੱਖਦੇ ਤੇ ਪੱਥਰ ਤਰ ਜਾਂਦੇ। ਇੱਕ ਪੱਥਰ ਭਗਵਾਨ ਰਾਮ ਜੀਆਂ ਨੇ ਫੜਿਆ, ਪਾਣੀ ਵਿੱਚ ਸੁੱਟਿਆ ਤੇ ਡੁੱਬ ਗਿਆ। ਹਨੂਮਾਨ ਨੂੰ ਪੁੱਛਿਆ, ਕਹਿਣ ਲੱਗੇ ਇਹ ਕੀ ਗੱਲ ਹੈ, ਪੱਥਰ ਡੁੱਬਿਆ ਕਿਉਂ ਹੈ? ਉਹਨਾਂ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਰਾਮ ਜੀ ਜਿਨ੍ਹਾਂ ਨੂੰ ਤੁਸੀਂ ਛੱਡ ਦਿੱਤਾ ਉਹ ਡੁੱਬ ਹੀ ਜਾਂਦੇ ਨੇ। ਜਿਹੜਾ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ, ਜਿਹਨੂੰ ਤੁਸੀਂ ਛੱਡ ਦਿੱਤਾ, ਤੁਸੀਂ ਤਿਆਗ ਦਿੱਤਾ, ਉਹ ਤਰੇਗਾ ਥੋੜ੍ਹੀ, ਡੁੱਬੇਗਾ ਹੀ ਨਾ ਸੰਸਾਰ ਵਿੱਚ, ਪਾਣੀ ਵਿੱਚ। ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਸੇ ਭੁਲਾਏ ਆਪ, ਜਿਹਨੂੰ ਉਹ ਆਪ ਭੁਲਾ ਦਿੰਦਾ ਨਾ ਵੀ ਇਹਨੂੰ ਮੈਂ ਚੇਤੇ ਨਹੀਂ ਰੱਖਣਾ। ਜਿਵੇਂ ਰਾਮ ਜੀਆਂ ਨੇ ਪੱਥਰ ਸੁੱਟਿਆ, ਪਾਣੀ ਵਿੱਚ ਡੁੱਬਿਆ। ਹਨੂਮਾਨ ਜੀ ਕਹਿੰਦੇ ਮਹਾਰਾਜ ਤੁਸੀਂ ਜਿਹਨੂੰ ਛੱਡਿਆ ਉਹ ਤਰੇਗਾ ਥੋੜ੍ਹੀ, ਡੁੱਬੇਗਾ ਹੀ ਨਾ। ਤੇ ਇੱਥੇ ਮਹਾਰਾਜ ਕਹਿਣ ਲੱਗੇ ਜਿਸੇ ਭੁਲਾਏ ਆਪ, ਜਿਹਨੂੰ ਤੂੰ ਆਪ ਭੁਲਾ ਦਿੰਦਾ। ਮਰ ਮਰ ਜੰਮੈ ਨਿਤ, ਉਹਦਾ ਨਿਤ ਜੰਮਣਾ ਤੇ ਨਿਤ ਮਰਨਾ ਹੁੰਦਾ, ਕਦੇ ਕਿਸੇ ਜਨਮ ਦੇ ਵਿੱਚ, ਕਦੇ ਕਿਸੇ ਜਨਮ ਦੇ ਵਿੱਚ। ਆਪਾਂ ਆਮ ਹੀ ਕਹਿ ਦਿੰਦੇ ਹਾਂ ਮੈਂ ਤੇ ਰੋਜ਼ ਦੀ ਰੋਜ਼ ਮੇਰਾ ਤੇ ਮਰਨਾ ਹੁੰਦਾ ਹੈ, ਮੈਂ ਤੇ ਰੋਜ਼ ਮਰਦਾ ਹਾਂ ਫਲਾਣੇ ਕੰਮ ਵਾਸਤੇ। ਮਹਾਰਾਜ ਕਹਿੰਦੇ ਐਸੇ ਮਨਮੁੱਖਾਂ ਦਾ ਰੋਜ਼ ਮਰਨਾ ਹੀ ਬਣਿਆ ਰਹਿੰਦਾ, ਕਦੇ ਜਨਮਾਂ ਵਿੱਚ ਤੇ ਕਦੇ ਜ਼ਿੰਦਗੀ ਦੇ ਵਿੱਚ, ਜਿਹਨੂੰ ਪ੍ਰਮਾਤਮਾ ਨੇ ਆਪ ਲਾ ਛੱਡਿਆ ਹੈ। ਪੌੜੀ ਨਿੰਦਕ ਮਾਰੇ ਤਤਕਾਲ, ਖਿੰਡ ਟਿਕਣ ਨਾ ਦਿੱਤੇ। ਨਿੰਦਿਆ ਕਰਦੇ ਨਾ ਗੁਰੂ ਦੀ ਜਾਂ ਸਾਧੂਆਂ ਦੀ, ਉਹਨਾਂ ਨੂੰ ਤਤਕਾਲ ਛੇਤੀ ਨਾਲ ਹੀ ਮਾਰ ਦਿੰਦਾ, ਟਿਕਣ ਨਹੀਂ ਦਿੰਦਾ ਇੱਕ ਸਕਿੰਟ ਵਾਸਤੇ। ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੇ, ਫੜ ਜੋਨੀ ਜੁੱਤੇ। ਕਹਿੰਦੇ ਪਰਮੇਸ਼ਰ ਆਪਣੇ ਦੁੱਖ, ਆਪਣੇ ਭਗਤ ਦੇ ਦੁੱਖ ਨੂੰ ਸਹਾਰ ਨਹੀਂ ਸਕਦਾ। ਜਿਵੇਂ ਮਾਂ ਆਪਣੇ ਪੁੱਤਰ ਦੇ ਦੁੱਖ ਨੂੰ ਵੇਖ ਨਹੀਂ ਨਾ ਸਕਦੀ, ਪੁੱਤਰ ਥੋੜ੍ਹਾ ਜਿਹਾ ਢਿੱਲਾ ਬਿਮਾਰ ਹੈ ਤੇ ਮਾਂ ਸਾਰਾ ਦਿਨ ਸਰਾਣੇ ਬੈਠੀ ਰਹਿੰਦੀ ਹੈ, ਉਪਚਾਰ ਕਰਦੀ ਹੈ, ਯਤਨ ਕਰਦੀ ਹੈ ਮੇਰੇ ਪੁੱਤਰ ਦਾ ਦੁੱਖ ਟਲ ਜਾਵੇ, ਦੂਰ ਹੋ ਜਾਵੇ। ਰੱਬ ਦੇ ਭਗਤ ਵੀ ਰੱਬ ਦੇ ਪੁੱਤਰ ਨੇ, ਤੇ ਰੱਬ ਆਪਣੇ ਪੁੱਤਰਾਂ ਦਾ ਦੁੱਖ ਵੇਖ ਨਹੀਂ ਸਕਦਾ ਜਿਹੜਾ ਦੁੱਖ ਦਿੰਦਾ ਹੈ। ਤੇ ਮਹਾਰਾਜ ਕਹਿਣ ਲੱਗੇ ਫੜ ਜੋਨੀ ਜੁੱਤੇ, ਉਹਨਾਂ ਨੂੰ ਜੂਨਾਂ ਵਿੱਚ ਭੇਜ ਦਿੰਦਾ ਵੀ ਚੱਲ ਅੱਗੇ ਜਨਮਾਂ ਦੇ ਵਿੱਚ ਜਾ ਕੇ ਦੁੱਖਾਂ ਨੂੰ ਸਹਿ, ਤੂੰ ਮੇਰੇ ਭਗਤਾਂ ਨੂੰ ਦੁੱਖ ਦਿੱਤੇ ਹਨ। ਮੱਥੇ ਵਾਲ ਪਛਾੜੀਆਂ ਜਾਂ ਮਾਰਗ ਮੁੱਤੇ। ਧੋਬੀ ਕਪੜਾ ਫੜ ਕੇ ਤੇ ਵਾਰ-ਵਾਰ ਪਲਟਾ ਕੇ ਪੱਥਰ ਤੇ ਮਾਰਦਾ ਧੋਣ ਵਾਸਤੇ। ਕਹਿਣ ਲੱਗੇ ਮਨਮੁੱਖਾਂ ਦੇ ਸਿਰ ਦੇ ਵਾਲ ਫੜ ਕੇ ਤੇ ਪ੍ਰਮਾਤਮਾ ਪਲਟਾ ਕੇ ਧਰਤੀ ਤੇ ਸੁੱਟਦਾ, ਜਿਹੜੇ ਗੁਰਮੁਖਾਂ ਨੂੰ ਦੁੱਖ ਦਿੰਦੇ ਨੇ। ਜਮ ਮਾਰਗ ਮੁੱਤੇ, ਉਹਨਾਂ ਨੂੰ ਜਮਾਂ ਦੇ ਮਾਰਗ ਰਸਤੇ ਦੇ ਉੱਪਰ ਪਾ ਦਿੰਦਾ ਹੈ। ਦੁੱਖ ਲੱਗਾ ਬਿਲਾਣਿਆ ਨਰਕ ਘੋਰ ਸੁੱਤੇ। ਇਹਨਾਂ ਨੂੰ ਫਿਰ ਦੁੱਖ ਲੱਗਦਾ, ਉਹ ਫਿਰ ਰੋਂਦੇ ਨੇ, ਕਰਲਾਉਂਦੇ ਨੇ, ਹਾਏ ਹਾਏ ਕਰਦੇ ਨੇ, ਭਿਆਨਕ ਨਰਕ ਦੇ ਵਿੱਚ ਸੁੱਟ ਦਿੰਦਾ ਹੈ। ਕੰਠ ਲਾਏ ਦਾਸ ਰੱਖੀਆਂ ਨਾਨਕ ਹਰ ਸੱਤੇ। ਪਰ ਆਪਣੇ ਭਗਤਾਂ ਨੂੰ, ਗੁਰਮੁਖਾਂ ਨੂੰ ਗਲੇ ਦੇ ਨਾਲ ਲਾ ਕੇ ਰੱਖਦਾ। ਜਿਵੇਂ ਆਪਾਂ ਕਿਸੇ ਪਿਆਰੇ ਨੂੰ ਜੱਫੀ ਵਿੱਚ ਪਾ ਲੈਂਦੇ ਹਾਂ ਨਾ, ਜੱਫੀ ਵਿੱਚ ਲੈ ਲੈਂਦੇ, ਗਲ ਦੇ ਨਾਲ ਲਾ ਲੈਂਦੇ। ਪਰਮਾਤਮਾ ਆਪਣੇ ਭਗਤਾਂ ਨੂੰ ਗਲ ਲਾ ਕੇ ਰੱਖ ਲੈਂਦਾ ਹੈ, ਕਿਉਂਕਿ ਸਤ ਚੇਤਨ ਆਨੰਦ ਸਰੂਪ ਜਿਹੜਾ ਹਰੀ ਹਰ ਹੈ, ਉਹਨੇ ਉਹਨਾਂ ਭਗਤਾਂ ਨੂੰ ਆਪਣਾ ਬਣਾ ਲਿਆ ਹੈ। ਸ਼ਲੋਕ ਮਹੱਲਾ ਪੰਜਵਾਂ। ਰਾਮ ਜਪੋ ਵਡ ਭਾਗੀ ਹੋ, ਜਲ ਥਲ ਪੂਰਨ ਸੋਏ। ਭਾਗਾਂ ਵਾਲਿਓ ਰਾਮ ਦੇ ਨਾਮ ਨੂੰ ਜਪੋ। ਰਾਮ ਕਿਹੜਾ ਹੈ? ਜਿਹੜਾ ਜਲ ਪਾਣੀ ਦੇ ਵਿੱਚ ਵੀ ਬੈਠਾ ਹੋਇਆ, ਜਿਹੜਾ ਥਲ ਮਾਰੂ ਥਲ ਵਿੱਚ ਵੀ ਬੈਠਾ ਹੋਇਆ,
ਐਸੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ। ਨਾਨਕ ਨਾਮ ਧਿਆਈਐ ਬਿਗਨ ਨ ਲਾਗਾ ਕੋਏ। ਨਾਮ ਧਿਆਉਂਦੇ ਨੇ ਉਹਨਾਂ ਦੇ ਕੰਮ ਦੇ ਵਿੱਚ ਉਹ ਵਿਘਨ ਨਹੀਂ ਪੈ ਦਿੰਦਾ, ਵਿਘਨ ਤੇ ਚੁੱਕ ਕੇ ਬਾਹਰ ਹੀ ਕੱਢ ਦਿੰਦਾ ਹੈ। ਜਿਨ੍ਹਾਂ ਨੇ ਨਾਮ ਧਿਆਇਆ ਨਾਨਕ ਬਿਘਨ ਨਾ ਲਾਗਤਾ, ਉਹਨਾਂ ਨੂੰ ਵਿਘਨ ਕੋਈ ਨਹੀਂ ਲੱਗਦਾ ਹੈ। ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ। ਦਿਰੜਾਇਆ ਨਾਮ ਹੀ ਇਹੋ ਜਿਹਾ ਦ੍ਰਿੜ ਕਰਵਾ ਦਿੱਤਾ ਗੁਰਮੁਖਾਂ ਨੂੰ, ਉਹਨਾਂ ਨੂੰ ਵਿਘਨ ਸਾਰੇ ਨਾਸ ਹੋ ਜਾਂਦੇ ਹਨ। ਮਹੱਲਾ ਪੰਜਵਾਂ। ਕੋਟ ਬਿਗਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ। ਰੱਬ ਦਾ ਨਾਮ ਭੁੱਲ ਜਾਂਦਾ ਹੈ, ਉਹਦੇ ਕੰਮ ਦੇ ਵਿੱਚ ਕਰੋੜਾਂ ਹੀ ਵਿਘਨ ਪੈ ਜਾਂਦੇ। ਕੋਟ ਬਿਘਨ, ਕੋਟ ਤੋਂ ਭਾਵ ਕਰੋੜਾਂ, ਕਰੋੜਾਂ ਵਿਘਨ ਪੈ ਜਾਂਦੇ। ਕਿਹਨਾਂ ਨੂੰ? ਬਾਦਸ਼ਾਹ ਕਹਿਣ ਲੱਗੇ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ। ਜਿਨ੍ਹਾਂ ਨੂੰ ਨਾਮ ਭੁੱਲ ਜਾਂਦਾ ਹੈ ਨਾ ਰੱਬ ਦਾ, ਉਹਨਾਂ ਨੂੰ ਕਈ ਵਿਘਨ ਪੈ ਜਾਂਦੇ ਹਨ। ਨਾਨਕ ਅਨ ਦਿਨ ਬਿਲਪਤੇ ਜੋ ਸੁੰਝੈ ਘਰ ਕਾਉ। ਘਰ ਉਜੜਿਆ ਹੋਵੇ ਤੇ ਉਜੜੇ ਘਰ ਵਿੱਚ ਆ ਕੇ ਕਾਂ ਭਾਵੇਂ ਟਾਹਣੀ ਤੇ ਬੈਠਾ ਰਵੇ ਤੇ ਭਾਵੇਂ ਕੰਧ ਤੇ ਬੈਠਾ ਰਵੇ, ਜਿੰਨਾ ਮਰਜੀ ਕਾਂ ਕਾਂ ਕਰਕੇ ਕਾਂ ਕਰਲਾਉਂਦਾ ਰਵੇ, ਉਜੜੇ ਘਰ ਵਿੱਚੋਂ ਮਿਲਣਾ ਕੁਝ ਨਹੀਂ ਹੈ, ਉੱਥੇ ਰਹਿੰਦਾ ਹੀ ਕੋਈ ਨਹੀਂ, ਮਿਲੇਗਾ ਕੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਸਾਰ ਵੀ ਉਜਾੜ ਘਰ ਹੈ। ਉਹ ਮਨਮੁਖ ਲੋਕ ਕਾਂ ਦੀ ਨਿਆਈ ਹਰ ਵੇਲੇ ਕਰਲਾਉਂਦੇ ਰਹਿੰਦੇ, ਕੁਰਲ ਕੁਰਲ ਕਰਦੇ ਰਹਿੰਦੇ, ਪਰ ਮਿਲੇਗਾ ਕੁਝ ਨਹੀਂ, ਕਿਉਂਕਿ ਹੈ ਹੀ ਮਨਮੁਖਾਂ ਦੀ ਬਿਰਤੀ ਕਾਵਾਂ ਵਾਲੀ ਹੈ, ਗੰਦਗੀ ਖਾਣੀ ਹੈ। ਇਹ ਸ਼ਲੋਕ ਗੁਰੂ ਅਰਜਨ ਸਾਹਿਬ ਨੇ 2 ਵਾਰੀ ਲਿਖਿਆ ਇਸੇ ਵਾਰ ਦੇ ਵਿੱਚ। ਪਹਿਲਾਂ 15ਵੇਂ ਸ਼ਲੋਕ ਦੇ ਵਿੱਚ ਇਹ ਸ਼ਲੋਕ ਮਹਾਰਾਜ ਨੇ ਬਖਸ਼ਿਆ ਸੀ, ਹੁਣ 21ਵੇਂ ਸ਼ਲੋਕ ਦੇ ਵਿੱਚ ਫਿਰ ਇਹ 2 ਪੰਕਤੀਆਂ ਮਹਾਰਾਜ ਨੇ ਦੁਬਾਰਾ ਦਰਜ ਕੀਤੀਆਂ ਵੀ ਜਿਵੇਂ ਸੁੰਝੇ ਘਰ ਦੇ ਵਿੱਚ ਕਾਂ ਕਰਲਾਉਂਦਾ, ਮਿਲਦਾ ਕੁਝ ਨਹੀਂ ਹੈ। ਮਨਮੁਖ ਲੋਕ ਸੰਸਾਰ ਰੂਪੀ ਉਜਾੜ ਦੇ ਵਿੱਚ, ਉਜੜੇ ਹੋਏ ਘਰ ਦੇ ਵਿੱਚ ਕਰਲਾਉਂਦੇ ਰਹਿੰਦੇ ਨੇ, ਪ੍ਰਾਪਤੀ ਕੁਝ ਨਹੀਂ ਹੈ। ਪੌੜੀ ਸਿਮਰ ਸਿਮਰ ਦਤਾਰ ਮਨੋਰਥ ਪੂਰਿਆ। ਦਾਤੇ ਨੂੰ ਸਿਮਰਿਆ ਹੈ। ਸਿਮਰ ਤੋਂ ਭਾਵ ਹੁੰਦਾ ਯਾਦ ਕਰਨਾ, ਫਾਰਸੀ ਦਾ ਸ਼ਬਦ ਹੈ ਸਿਮਰਨਾ, ਪੰਜਾਬੀ ਵਿੱਚ ਕਹਿੰਦੇ ਯਾਦ ਕਰਨਾ। ਕਹਿੰਦੇ ਜਿਨ੍ਹਾਂ ਨੇ ਦਾਤੇ ਨੂੰ ਯਾਦ ਕੀਤਾ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ। ਮਨੋਰਥ ਤੋਂ ਭਾਵ ਹੁੰਦਾ ਮਨ ਦੀਆਂ ਇੱਛਾਵਾਂ, ਮਨ ਦੇ ਫੁਰਨੇ ਪੂਰੇ ਹੋ ਜਾਂਦੇ ਹਨ। ਇੱਛ ਪੁੰਨੀ ਮਨ ਆਸ ਗਏ ਵਸੂਰਿਆ। ਮਨ ਦੀਆਂ ਇੱਛਾ ਪੂਰੀਆਂ ਹੋ ਗਈਆਂ, ਉਹਨਾਂ ਦੀਆਂ ਆਸਾਂ ਪੂਰੀਆਂ ਹੋ ਗਈਆਂ, ਗਏ ਵਸੂਰਿਆ, ਝੋਰੇ ਤੇ ਖਤਮ ਹੀ ਹੋ ਗਿਆ, ਉਹਨਾਂ ਦੇ ਝੋਰਾ ਤੇ ਰਹਿੰਦਾ ਹੀ ਕੋਈ ਨਹੀਂ ਹੈ, ਝੋਰੇ ਮੁੱਕ ਜਾਂਦੇ ਹਨ। ਪਾਇਆ ਨਾਮ ਨਿਧਾਨ ਜਿਸਨੋ ਭਾਲਦਾ। ਨਾਮ ਦਾ ਖਜ਼ਾਨਾ ਜਿਸ ਨੂੰ ਲੱਭਦਾ ਪਿਆ ਸੀ ਨਾ, ਉਸਨੇ ਨਾਮ ਦੇ ਖਜ਼ਾਨੇ ਨੂੰ ਗੁਰੂ ਕਿਰਪਾ ਨਾਲ ਪ੍ਰਾਪਤ ਕਰ ਲਿਆ ਹੈ। ਜੋਤ ਮਿਲੀ ਸੰਗ ਜੋਤ ਰਹਾ ਘਾਲਦਾ। ਜੋਤੀ ਸਰੂਪ ਪਰਮਾਤਮਾ ਦੇ ਨਾਲ ਉਹਨਾਂ ਗੁਰਮੁਖਾਂ ਦੀ ਜੋਤ ਮਿਲ ਜਾਂਦੀ, ਭਾਵ ਕੇ ਲਿਵ ਜੁੜ ਜਾਂਦੀ ਹੈ। ਪਾਤਸ਼ਾਹ ਕਹਿਣ ਲੱਗੇ ਰਹਿਆ ਘਾਲਦਾ, ਹੁਣ ਘਾਲਣਾ ਘਾਲਣ ਦੀ ਲੋੜ ਨਹੀਂ ਹੈ। ਘਾਲਣਾ ਘਾਲਣ ਦੀ ਲੋੜ ਉਹਨਾਂ ਚਿਰ ਸੀ ਜਿੰਨਾ ਚਿਰ ਪ੍ਰਾਪਤੀ ਨਹੀਂ ਹੈ। ਜਦੋਂ ਪ੍ਰਾਪਤੀ ਹੋ ਗਈ ਫਿਰ ਘਾਲਣਾ ਘਾਲਣ ਦੀ ਲੋੜ ਨਹੀਂ, ਫਿਰ ਤੇ ਸੁਤੇ ਸਿੱਧ ਆਪਣੇ ਆਪ ਹੀ ਸਭ ਕੁਝ ਹੁੰਦਾ। ਗੱਡੀ ਨੂੰ ਸਟਾਰਟ ਕਰਨ ਵੇਲੇ ਧੱਕਾ ਲਾਉਣਾ ਪੈਂਦਾ, 5-7 ਬੰਦੇ ਰਲ ਕੇ ਧੱਕਾ ਲਾਉਂਦੇ ਭਜਾਉਂਦੇ, ਪਰ ਧੱਕਾ ਉਹਨਾਂ ਚਿਰ ਹੀ ਲਾਉਣਾ ਜਿੰਨਾ ਚਿਰ ਉਹ ਸਟਾਰਟ ਨਹੀਂ ਹੁੰਦੀ ਹੈ। ਸਟਾਰਟ ਹੋ ਗਈ ਫਿਰ ਆਪੇ ਭੱਜੇਗੀ। ਘਾਲ ਕਮਾਈ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਉਹਦੀ ਪ੍ਰਾਪਤੀ ਹੋ ਗਈ ਫਿਰ ਘਾਲਣਾ ਘਾਲਣ ਦੀ ਲੋੜ ਰਹਿ ਹੀ ਨਹੀਂ ਜਾਂਦੀ, ਆਪਣੇ ਆਪ ਹੀ ਸਭ ਕੁਝ ਹੋ ਜਾਂਦਾ ਹੈ। ਸੁਖ ਸਹਿਜ ਆਨੰਦ ਉੱਠੇ ਤਿਤ ਘਰ। ਰੂਪੀ ਘਰ ਦੇ ਵਿੱਚ ਜਾਂ ਗੁਰਮੁਖਾਂ ਦੇ ਘਰ ਦੇ ਵਿੱਚ ਸੁਖ ਸਹਿਜ, ਉਹ ਜਿਹੜਾ ਪਰਮਾਤਮਾ ਹੈ ਨਾ ਭਾਈਓ ਸਮੇਤ ਸੁੱਖਾਂ ਦੇ ਆ ਕੇ ਵਸ ਜਾਂਦਾ ਹੈ। ਐਸੇ ਆਨੰਦਾਂ ਦੀ ਪ੍ਰਾਪਤੀ ਹੁੰਦੀ ਹੈ। ਆਵਣ ਜਾਨ ਰਹਿ ਜਨਮ ਨਾ ਤਾਂ ਮਰ। ਜਨਮ ਹੈ ਨਾ ਮੌਤ ਹੈ, ਨਾ ਆਉਣਾ ਨਾ ਜਾਣਾ, ਸਭ ਮੁੱਕ ਜਾਂਦਾ ਹੈ। ਸਾਹਿਬ ਸੇਵਕ ਇੱਕ ਇੱਕ ਦਿਸ਼ਟਾਇਆ। ਸਾਹਿਬ ਤੇ ਸੇਵਕ ਇੱਕ, ਇਹ ਦ੍ਰਿਸ਼ਟੀ ਬਣ ਜਾਂਦੀ ਹੈ। ਅੱਜ ਸਾਡੀ ਨਜ਼ਰ ਦੇ ਵਿੱਚ ਇਹ ਮਾਲਕ ਹੈ, ਉਹ ਨੌਕਰ ਹੈ, ਆ ਮਾੜਾ ਹੈ, ਉਹ ਚੰਗਾ ਹੈ, ਇਹ ਬਣਿਆ ਹੋਇਆ ਸਾਡੀ ਸੋਚ ਵਿੱਚ। ਪਰ ਜਦੋਂ ਅਵਸਥਾ ਬਣ ਗਈ ਨਾ ਗੁਰਮੁਖਾਂ ਵਾਲੀ, ਫਿਰ ਸਾਹਿਬ ਕੀ ਤੇ ਸੇਵਕ ਕੀ ਸਭ ਕੁਝ ਇੱਕੋ ਹੀ ਨਜ਼ਰੀ ਆਉਂਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸੁਧ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹ ਗੁਰਮੁਖ ਜਿਹੜੇ ਨੇ ਸੱਚ ਵਿੱਚ ਸਮਾ ਜਾਂਦੇ, ਸੱਚ ਵਿੱਚ ਲੀਨ ਹੋ ਜਾਂਦੇ, ਸੱਚ ਵਿੱਚ ਹੋ ਜਾਂਦੇ ਨੇ, ਸੱਚ ਦੀ ਪ੍ਰਾਪਤੀ ਵਾਲੇ ਬਣ ਜਾਂਦੇ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਗੁਰੂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਉਹ ਸੱਚ ਵਿੱਚ ਸਮਾ ਗਿਆ, ਭੇਦ ਹੋ ਗਿਆ, ਲਿਵਲੀਨ ਹੋ ਗਏ, ਪਰਮੇਸ਼ਰ ਵਿੱਚ ਉਹਨਾਂ ਦੀ ਬਿਰਤੀ ਜੁੜ ਗਈ, ਆਪ ਵੀ ਪਰਮੇਸ਼ਰ ਦਾ ਰੂਪ ਬਣ ਗਏ।
ਅੱਗੇ ਬਚਨ ਮਹਾਰਾਜ ਨੇ ਲਿਖਿਆ ਸੁੱਧ। ਸੁੱਧ ਤੋਂ ਭਾਵ ਹੁੰਦਾ ਹੈ, ਇਹ ਗੁਰਬਾਣੀ ਅਸੀਂ ਆਪ ਕੋਲ ਬੈਠ ਕੇ ਲਿਖਵਾਈ ਹੈ। ਇਹਦੀ ਲਗ ਮਾਤਰਾ ਅਸੀਂ ਬਿਲਕੁਲ ਦੇਖੀ ਹੋਈ ਹੈ। ਕੋਈ ਇਹਦੇ ਵਿੱਚ ਘਾਟਾ ਵਾਧਾ ਕਰਨ ਦਾ ਯਤਨ ਨਾ ਕਰੇ, ਆਪਣੀ ਸਿਆਣਪ ਨੂੰ ਮੂਹਰੇ ਨਾ ਰੱਖੇ। ਸੋ ਗੁਰਮੁਖੋ ਇੱਥੇ ਗੂਜਰੀ ਰਾਗ ਦੀ ਵਾਰ ਜਿਹੜੀ ਹੈ ਦੂਜੀ, ਇਹ ਸੰਪੂਰਨ ਹੋਈ ਹੈ। ਇੱਥੋਂ ਅੱਗੇ ਮਹਾਰਾਜ ਜੀ ਭਗਤਾਂ ਦੀ ਬਾਣੀ ਬਖਸ਼ਿਸ਼ ਕਰਨਗੇ। ਕੱਲ੍ਹ ਨੂੰ ਆਪਾਂ ਭਗਤ ਕਬੀਰ ਸਾਹਿਬ ਜੀਆਂ ਦਾ ਸ਼ਬਦ ਜਿਹੜਾ ਹੈ, ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਇਹ ਸ਼ਬਦ ਦੀ ਵਿਚਾਰ ਕੱਲ੍ਹ ਨੂੰ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਦਿਓ ਸੱਜਣਾ ਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਸਾਹਿਬ ਸੇਵਕ ਇੱਕ ਦਿਸ਼ਟ ਆਇਆ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।